ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਆਪ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਦੇ 113ਵੇਂ ਜਨਮ ਦਿਨ ਦੀ ਮੁਬਾਰਕਬਾਦ ਦੇ ਨਾਲ। ਅੱਜ ਦੇ ਦਿਨ 1907 ਨੂੰ ਇਹ ਯੋਧਾ ਪੈਦਾ ਹੋਇਆ ਜਿਸ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ। ਗੁਲਾਮੀ ਦਾ ਜੂਲਾ ਗਲਾਂ ਦੇ ਵਿੱਚੋਂ ਲਾਹੁਣ ਦੇ ਵਾਸਤੇ ਜਿਹੜਾ ਅਹਿਦ ਕੀਤਾ, ਆਪਣੇ ਆਖਰੀ ਸਾਹਾਂ ਦੇ ਤੱਕ ਨਿਭਾ ਗਿਆ। ਸਰਦਾਰ ਭਗਤ ਸਿੰਘ ਦੀਆਂ ਜੇਲ੍ਹ ਚਿੱਠੀਆਂ ਮੈਂ ਪੜ੍ਹੀਆਂ ਵੀ ਨੇ, ਤੇ ਉਹਨਾਂ ਦੀ ਕਿਤਾਬ ਜਿਹੜੀਆਂ ਸਾਰੀਆਂ ਚਿੱਠੀਆਂ ਜਿਸ ਦੇ ਵਿੱਚ ਪ੍ਰਕਾਸ਼ਿਤ ਹੋਈਆਂ ਨੇ ਮੈਂ ਕੋਲ ਰੱਖੀ ਹੈ, ਕਈ ਵਾਰੀ ਦਿਲ ਕਰਦਾ ਤੇ ਪੜ੍ਹ ਲਈਆਂ ਨੇ। ਸੋ ਉਹਨਾਂ ਵਿੱਚੋਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿਸ ਦਿਨ ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਇੱਕ ਚਿੱਠੀ ਤੁਹਾਡੇ ਨਾਲ ਪੜ੍ਹ ਕੇ ਸਾਂਝੀ ਕੀਤੀ ਜਾਵੇ। ਇਹਦੇ ਨਾਲ ਹੀ ਅੱਜ ਜਿਹੜੀਆਂ ਖਬਰਾਂ ਮੈਂ ਤੁਹਾਡੇ ਲਈ ਪੇਸ਼ ਕਰਨੀਆਂ ਨੇ, ਜਿਨ੍ਹਾਂ ਦੇ ਉੱਤੇ ਵਿਸਥਾਰ ਸਹਿਤ ਚਰਚਾ ਕਰਨੀ ਹੈ, ਆਓ ਸਭ ਤੋਂ ਪਹਿਲਾਂ ਉਹਨਾਂ ਦੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਸਭ ਤੋਂ ਪਹਿਲੀ ਤੇ ਅਹਿਮ ਖਬਰ ਇਹ ਹੈ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਵਕਤ ਮੋਦੀ ਸਰਕਾਰ ਦੇ ਖਿਲਾਫ ਲੋਕ ਡਟ ਗਏ ਹੈ ਤੇ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਹੈ। ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਇਹ ਖਬਰ ਸਾਂਝੀ ਕਰਾਂਗੇ। ਇੱਕ ਨਿਊਯਾਰਕ ਟਾਈਮਜ਼ ਨੇ ਰਿਪੋਰਟ ਛਾਪੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਕਸ ਨੂੰ ਲੈ ਕੇ, ਬੜੀ ਹੈਰਾਨੀਜਨਕ ਰਿਪੋਰਟ ਆ, ਉਹ ਵੀ ਸਾਂਝੀ ਕਰਾਂਗੇ। ਬਰਤਾਨੀਆ ਦੇ ਵਿੱਚ, ਯੂਨਾਈਟਿਡ ਕਿੰਗਡਮ ਯੂਕੇ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਜਿਹੜੇ ਲੋਕ ਨਿਯਮਾਂ ਦੀ ਅਣਦੇਖੀ ਕਰ ਰਹੇ ਨੇ ਉਹਨਾਂ ਨੂੰ ਭਾਰੀ ਜੁਰਮਾਨੇ ਠੋਕੇ ਜਾਣ ਲੱਗ ਪਏ ਹੈ। ਇਹਦੇ ਨਾਲ ਬਹੁਤ ਸਾਰੀਆਂ ਹੋਰ ਖਬਰਾਂ ਨੇ, ਪਰ ਹੁਣ ਤੁਹਾਨੂੰ ਮੈਂ ਚਾਹੁੰਦਾ ਹੈ ਕਿ BC ਵਿੱਚ ਲੈ ਆਵਾਂ, ਕੈਨੇਡਾ ਦੇ ਵਿੱਚ ਲੈ ਆਵਾਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕੈਨੇਡਾ ਦਾ ਸੂਬਾ ਜਿਹੜੇ ਸੂਬੇ ਵਿੱਚ ਅਸੀਂ ਰਹਿੰਦੇ ਹਾਂ, ਜਿਸ ਨੂੰ BC ਕਹਿ ਦਿੰਦੇ ਹਾਂ, BC ਦੇ ਵਿੱਚ ਚੋਣਾਂ ਦਾ ਵਿਗਲ ਵੱਜ ਚੁੱਕਿਆ ਤੇ ਬਹੁਤ ਸਾਰੇ ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਨੇ। ਖਾਸ ਕਰਕੇ ਸਰੀ ਵਿੱਚ ਇੱਕ ਪੰਜਾਬੀ ਉਮੀਦਵਾਰੀ ਦੂਸਰੀ ਪਾਰਟੀ ਦਾ ਉਮੀਦਵਾਰ, ਭਾਵ ਇੱਕ ਦੂਸਰੇ ਦੇ ਆਮੋ ਸਾਹਮਣੇ ਖਲੋਤੇ ਹੈ, ਇਹਦੀ ਵੀ ਗੱਲਬਾਤ ਕਰਾਂਗੇ। ਇਸੇ ਤਰ੍ਹਾਂ ਸਰੀ ਦੇ ਵਿੱਚ ਜਿਹੜੀਆਂ ਬੱਸਾਂ ਨੇ ਉਹਦੇ ਵਿੱਚ ਮਾਸਕ ਪਹਿਨਣੇ ਲਾਜ਼ਮੀ ਕਰਾਰ ਦਿੱਤੇ ਹੋਏ ਨੇ, ਤੇ ਖਬਰ ਮਿਲ ਰਹੀ ਹੈ ਕਿ ਥੱਪੜੋ ਥੱਪੜੀ ਦੋ ਨੌਜਵਾਨ ਇਹਨਾਂ ਮਾਸਕਾਂ ਨੂੰ ਲੈ ਕੇ ਹੋ ਗਏ। ਇਹ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਹੁਣ ਇਹਨਾਂ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰੀਏ। ਪਰ ਇਸ ਵਿਸਥਾਰ ਤੋਂ ਪਹਿਲਾਂ ਬੇਨਤੀ ਇਹ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣਾ, ਤਾਂ ਕਿ ਰੋਜ਼ਾਨਾ ਦੀ ਆਪਣੀ ਮੁਲਾਕਾਤ ਇੱਕ ਦੂਸਰੇ ਨਾਲ ਹੁੰਦੀ ਰਹੇ। ਨੋਟੀਫਿਕੇਸ਼ਨ ਵਾਲੀ ਘੰਟੀ ਵੀ ਜ਼ਰੂਰ ਔਨ ਕਰ ਲਿਓ। ਖਬਰਾਂ ਜਾਂ ਵਿਸਥਾਰ ਜਾਣਕਾਰੀਆਂ ਚੰਗੀਆਂ ਲੱਗੀਆਂ ਤਾਂ ਫਿਰ ਵੀਡੀਓ ਸ਼ੇਅਰ ਵੀ ਕਰ ਦਿਓ ਤੇ ਨਾਲ ਲਾਈਕ ਵੀ ਕਰ ਦਿਓ। ਤੇ ਇੱਕ ਕਈ ਵਾਰੀ ਦਿਲ ਕਰਦਾ ਹੁੰਦਾ ਕਿ ਗਿਲਾ ਵੀ ਤੁਹਾਡੇ ਨਾਲ ਕਰ ਲਵਾਂ। ਕੱਲ੍ਹ ਵਾਲਾ ਵੀਡੀਓ ਤੁਹਾਡੇ ਬਹੁਤ ਸਾਰੇ ਮੈਸੇਜ ਕਮੈਂਟ ਆਏ ਸਨ ਕਿ ਗ੍ਰਾਮ ਸਭਾ ਕੀ ਹੁੰਦੀ ਹੈ, ਉਸ ਦਾ ਰੋਲ ਕੀ ਹੈ ਤੇ ਅਸੀਂ ਉਸ ਵਿੱਚ ਕੀ ਕਰ ਸਕਦੇ ਹਾਂ। ਉਹ ਤੁਹਾਡੇ ਲਈ ਪੇਸ਼ ਕੀਤੀ ਸੀ। ਮੈਨੂੰ ਲੱਗਦਾ ਸੀ ਕਿ ਉਹ ਹਰ ਇੱਕ ਵਿਅਕਤੀ, ਹਰ ਇੱਕ ਨਾਗਰਿਕ, ਹਰ ਇੱਕ ਵੋਟਰ ਦੇ ਕੋਲ ਹੋਣੀ ਚਾਹੀਦੀ ਹੈ, ਤਾਂ ਕਿ ਉਸਨੂੰ ਪਤਾ ਹੋਵੇ ਕਿ ਪਿੰਡ ਦੀ ਪੰਚਾਇਤ ਤੋਂ ਅਸੀਂ ਕੰਮ ਕਿਵੇਂ ਲੈਣਾ ਹੈ, ਸਰਕਾਰਾਂ ਦੇ ਮੂਹਰੇ ਅਸੀਂ ਕਿਵੇਂ ਡਟਣਾ ਹੈ, ਸਰਕਾਰਾਂ ਦੀ ਜਵਾਬਦੇਹੀ ਕਿਵੇਂ ਤੈਅ ਕਰਨੀ ਹੈ। ਪਰ ਮੈਨੂੰ ਲੱਗਦਾ ਸੀ ਜਿੰਨੇ ਲੋਕਾਂ ਤੱਕ ਉਹ ਪੁੱਜਣੀ ਚਾਹੀਦੀ ਹੈ, ਪੁੱਜੀ ਨਹੀਂ। ਜੇਕਰ ਤੁਸੀਂ ਖੁਦ ਵੇਖ ਲਈ ਹੈ, ਤੁਹਾਡਾ ਧੰਨਵਾਦ। ਜੇ ਨਹੀਂ ਵੇਖੀ ਤਾਂ ਕੱਲ੍ਹ ਵਾਲਾ ਵੀਡੀਓ ਵੇਖ ਵੀ ਲਿਓ ਤੇ ਅੱਗੇ ਸ਼ੇਅਰ ਕਰਨ ਦੀ ਜ਼ਰੂਰ ਕੋਸ਼ਿਸ਼ ਕਰਿਓ, ਤਾਂ ਕਿ ਸਾਨੂੰ ਸਾਡੇ ਅਧਿਕਾਰਾਂ ਦਾ, ਸਾਡੇ ਹੱਕਾਂ ਦਾ, ਸਾਡੇ ਫਰਜ਼ਾਂ ਦਾ ਸਾਨੂੰ ਪਤਾ ਲੱਗ ਜਾਏ। ਆਓ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਹਾਂ। ਤੁਹਾਨੂੰ ਯਾਦ ਹੋਣਾ ਹੈ ਕਿ ਮੋਹਾਲੀ ਦੇ ਵਸਨੀਕ ਅਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਸਨ ਬਲਵੰਤ ਸਿੰਘ ਮੁਲਤਾਨੀ। ਲਗਭਗ ਹੁਣ ਤਾਂ 30 ਵਰ੍ਹੇ ਹੋਣ ਵਾਲੀ ਹੈ। 29 ਵਰ੍ਹੇ ਪੁਰਾਣਾ ਕੇਸ ਜਿਸ ਦੇ ਵਿੱਚ ਬਲਵੰਤ ਸਿੰਘ ਮੁਲਤਾਨੀ ਨੂੰ ਜ਼ਬਰੀ ਘਰ ਦੇ ਵਿੱਚੋਂ ਅਗਵਾ ਕੀਤਾ ਜਾਂਦਾ ਹੈ, ਭੇਦ ਭਰੀ ਹਾਲਤ ਦੇ ਵਿੱਚ ਲਾਪਤਾ ਕਰ ਦਿੱਤੇ ਜਾਂਦੇ ਆ। ਕਾਦੀਆਂ ਥਾਣੇ ਦੇ ਵਿੱਚ ਇੱਕ ਫਿਰ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ। ਇਹ ਸਾਰੇ ਦੋਸ਼ਾਂ ਦਾ, ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਨੇ ਪੰਜਾਬ ਪੁਲਿਸ ਦੇ ਸਾਬਕਾ ਪੁਲਿਸ ਮੁਖੀ DGP ਸੁਮੇਧ ਸੈਣੀ। ਤੇ ਤੁਹਾਨੂੰ ਪਤਾ ਹੋਣਾ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਹਾਨੂੰ ਹਾਲੇ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ, ਕੁਝ ਹਫ਼ਤਿਆਂ ਦੀ ਮੋਹਲਤ ਹੈ, ਪਰ ਤੁਹਾਨੂੰ ਸਿੱਟ ਦੇ ਸਾਹਮਣੇ ਜਾਂਚ ਵਾਸਤੇ ਪੇਸ਼ ਹੋਣਾ ਪਏਗਾ, ਸਹਿਯੋਗ ਦੇਣਾ ਪਏਗਾ। ਬੀਤੇ ਕਈ ਦਿਨਾਂ ਤੋਂ ਲਗਾਤਾਰ ਸਿੱਟ ਵੀ ਉਡੀਕ ਰਹੀ ਸੀ, ਪਰ ਆਏ ਨਹੀਂ ਸੀ। ਦੁਬਾਰਾ ਨੋਟਿਸ ਉਹਨਾਂ ਦੀ ਘਰ ਦੀ ਕੰਧ ਦੇ ਉੱਤੇ ਚਿਪਕਾਇਆ ਗਿਆ ਸੀ। ਖਬਰ ਮਿਲ ਰਹੀ ਹੈ ਕਿ ਪੰਜਾਬ ਦੇ ਵਿੱਚ ਸੋਮਵਾਰ ਨੂੰ ਸ਼ਾਮਲ ਹੋਣ ਵਾਸਤੇ ਉਹ ਮਟੌਰ ਥਾਣੇ ਦੇ ਵਿੱਚ ਪਹੁੰਚਿਆ ਤੇ ਮੋਹਾਲੀ ਦੀ ਪੁਲਿਸ ਵੱਲੋਂ
ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਬੀਤੇ ਦਿਨੀਂ ਦੂਸਰਾ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਤੇ ਸਾਬਕਾ ਪੁਲਿਸ ਮੁਖੀ ਜਾਣਕਾਰੀ ਮਿਲ ਰਹੀ ਹੈ ਕਿ ਆਪਣੇ ਵਕੀਲਾਂ ਤੇ ਸੁਰੱਖਿਆ ਅਮਲੇ ਦੇ ਨਾਲ ਪੰਜਾਬ ਦੇ ਵਿੱਚ ਸੋਮਵਾਰ ਦੇ ਸਵੇਰੇ ਲਗਭਗ 11 ਕੁ ਵਜੇ ਮਟੌਰ ਥਾਣੇ ਵਿੱਚ ਪਹੁੰਚੇ। ਉਹ ਸਿੱਧੇ ਥਾਣਾ ਮੁਖੀ ਦੇ ਦਫ਼ਤਰ ਵਿੱਚ ਜਾ ਕੇ ਕਹਿੰਦੇ ਕੁਰਸੀ ਤੇ ਬੈਠ ਗਏ। ਤੁਹਾਨੂੰ ਯਾਦ ਹੋਣਾ ਹੈ ਕਿ 15 ਸਤੰਬਰ ਦਾ ਦਿਨ ਸੀ ਜਦੋਂ ਸੁਪਰੀਮ ਕੋਰਟ ਚੋਂ ਆਰਜ਼ੀ ਜ਼ਮਾਨਤ ਮਿਲਣ ਦੇ ਬਾਵਜੂਦ ਸਾਬਕਾ ਪੁਲਿਸ ਮੁਖੀ ਜਾਂਚ ਵਿੱਚ ਸ਼ਾਮਲ ਹੋਣ ਤੋਂ ਲਗਾਤਾਰ ਟਾਲਾ ਵੱਟਦੇ ਆ ਰਹੇ ਸੀ। ਹਾਲਾਂਕਿ ਸੁਪਰੀਮ ਕੋਰਟ ਨੇ ਗ੍ਰਿਫਤਾਰੀ ਤੇ ਆਰਜ਼ੀ ਰੋਕ ਲਗਾਉਂਦਿਆਂ ਇਹ ਆਖ ਦਿੱਤਾ ਸੀ ਕਿ ਸਹਿਯੋਗ ਤੁਹਾਨੂੰ ਕਰਨਾ ਪਏਗਾ। ਹੁਣ ਉਸ ਥਾਣੇ ਵਿੱਚ ਜਾਣ ਤੋਂ ਬਾਅਦ ਕੀ ਹੋਇਆ ਹੈ, ਕੀ ਪੁੱਛ ਪੜਤਾਲ ਹੋਈ ਹੈ, ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ। ਪਰ ਉਹਨਾਂ ਨੇ ਇੱਕ ਵਾਰੀ ਫੇਰ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਕਿ ਮੈਨੂੰ ਗ੍ਰਿਫਤਾਰੀ ਨਾ ਕੀਤੀ ਜਾਵੇ। ਮਾਣਯੋਗ ਅਦਾਲਤ ਨੇ ਇਸ ਮੁਲਤਾਨੀ ਕੇਸ ਨੂੰ ਛੱਡ ਕੇ ਬਾਕੀ ਸਾਰਿਆਂ ਕੇਸਾਂ ਦੇ ਵਿੱਚ ਦੱਸ ਦਿੱਤਾ ਸੀ ਕਿ ਭਾਈ ਤੁਹਾਨੂੰ ਬਲੈਂਕਟ ਜ਼ਮਾਨਤ ਦਿੱਤੀ ਜਾ ਰਹੀ ਹੈ, ਤੁਹਾਡੀ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੂੰ ਦੱਸਣਾ ਪਏਗਾ। ਪਰ ਹੁਣ ਲੱਗ ਇਹ ਰਿਹਾ ਕਿ ਇਸ ਮਾਮਲੇ ਦੇ ਵਿੱਚ ਘਿਰੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਦੇ ਵਿੱਚ ਲਗਾਤਾਰ ਵਾਧਾ ਹੀ ਹੁੰਦਾ ਜਾ ਰਿਹਾ ਹੈ। ਬੀਤੇ ਦਿਨਾਂ ਦੇ ਵਿੱਚ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬਹਿਬਲ ਕਲਾਂ ਗੋਲੀ ਕਾਂਡ, ਜਿਸ ਦੇ ਵਿੱਚ 2 ਲੋਕਾਂ ਦੀ ਮੌਤ ਹੋਈ ਸੀ, ਉਸ ਦੀ ਜਾਂਚ ਜਿਹੜੀ ਸਿੱਟ ਕਰ ਰਹੀ ਹੈ, ਉਸਨੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਅਤੇ ਮੁਅੱਤਲ ਕੀਤੇ ਹੋਏ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਮੁਲਜ਼ਮ ਵੱਲੋਂ ਨਾਮਜ਼ਦ ਕਰ ਦਿੱਤਾ ਹੈ। ਹੁਣ ਇਹ ਘਟਨਾ ਕਦ ਵਾਪਰੀ ਸੀ? ਦਰਅਸਲ 14 ਅਕਤੂਬਰ ਤੇ 2015 ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਾਂਡ ਨੂੰ ਲੈ ਕੇ ਸੰਗਤਾਂ ਸ਼ਾਂਤਮਈ ਧਰਨਾ ਕਰ ਰਹੀਆਂ ਸਨ ਤੇ ਹੁਣ ਬਹਿਬਲ ਕਲਾਂ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਧਰਨਾ ਲਾਈ ਬੈਠੇ ਲੋਕਾਂ ਦੇ ਉੱਤੇ, ਸੰਗਤਾਂ ਦੇ ਉੱਤੇ ਪੁਲਿਸ ਨੇ ਕਹਿਰ ਢਾਇਆ ਸੀ। ਭਾਵੇਂ ਇਸ ਸੰਬੰਧੀ ਉਸ ਵਕਤ ਥਾਣਾ ਬਾਜਾਖਾਨਾ ਦੀ ਪੁਲਿਸ ਨੇ ਧਰਨਾਕਾਰੀਆਂ ਦੇ ਖਿਲਾਫ ਹੀ ਵੱਖੋ-ਵੱਖ ਸੰਗੀਨ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਸੀ। ਪਰ ਉਸ ਵਕਤ ਪੰਜਾਬ ਦੇ ਵਿੱਚ ਭਾਜਪਾ ਤੇ ਅਕਾਲੀਆਂ ਦੀ ਬਾਦਲ ਸਰਕਾਰ ਸੀ। ਉਹਨਾਂ ਵੱਲੋਂ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਾਲੀ ਇੱਕ ਸੈੱਟ ਦੀ ਜਾਂਚ ਰਿਪੋਰਟ ਦੇ ਵਿੱਚ, ਇਸ ਜਿਹੜੀ ਜਾਂਚ ਰਿਪੋਰਟ ਸੀ ਉਸ ਦੇ ਵਿੱਚ ਮੁਲਜ਼ਮ ਠਹਿਰਾਏ ਗਏ ਜਿਹੜੇ ਸਨ, ਉਹਨਾਂ ਦੇ ਵਿੱਚ ਇੱਕ ਬਾਜਾਖਾਨਾ ਥਾਣੇ ਦੇ ਵਿੱਚ ਅਣਪਛਾਤੀ ਪੁਲਿਸ। ਦੱਸੋ, ਪਹਿਲੀ ਗੱਲ ਇਹ ਕਿ ਪੁਲਿਸ ਵੀ ਕਦੇ ਅਣਪਛਾਤੀ ਹੁੰਦੀ ਹੈ? ਪੁਲਿਸ ਮੁਲਾਜ਼ਮ, ਉਹਦਾ ਕੋਈ ਆਈਡੀ ਨੰਬਰ ਹੋਊ, ਉਹਦਾ ਆਇਡੈਂਟੀ ਕਾਰਡ ਹੋਣਾ ਹੈ, ਉਹਦਾ ਕੋਈ ਨਾਂ ਹੋਣਾ ਹੈ, ਉਹ ਕਿਹੜੇ ਥਾਣੇ ਵਿੱਚ ਤਾਇਨਾਤ ਹੈ, ਉਹ ਹੌਲਦਾਰ ਹੈ, ਉਹ ਸਿਪਾਹੀ ਹੈ, ਉਹ ASI ਹੈ, ਉਹ SI ਹੈ, ਉਹ DSP ਹੈ। ਪੁਲਿਸ ਅਣਪਛਾਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਆਪਾਂ ਤੱਥਾਂ ਤੇ ਗੱਲ ਕਰਾਂਗੇ। ਮੁਕੱਦਮਾ ਨੰਬਰ 130 21/10/2015 ਨੂੰ ਦਰਜ ਹੋਇਆ। ਉਹਦੇ ਵਿੱਚ IPC ਦੀਆਂ ਜਿਹੜੀਆਂ ਧਾਰਾਵਾਂ ਲਿਖੀਆਂ ਗਈਆਂ ਉਹ ਸੀ 302, 307, 34, 201, 218, 166A ਅਤੇ 120B ਅਤੇ ਅਸਲਾ ਐਕਟ ਵੀ ਜੋੜਿਆ ਗਿਆ ਕਿਉਂਕਿ ਉੱਥੇ ਗੋਲੀ ਚੱਲੀ ਸੀ। ਹੁਣ ਉਹਦੇ ਵਿੱਚ ਅਸਲੇ ਐਕਟ ਦੀਆਂ ਜਿਹੜੀਆਂ ਧਾਰਾਵਾਂ ਸੀ ਉਹ 25, 27, 54, 59, ਇਹ ਸਾਰੀਆਂ ਧਾਰਾਵਾਂ ਲਾ ਕੇ ਜੇ ਮੈਂ ਇਹ ਕਹਿ ਦਿਆਂ ਤਾਂ ਸ਼ਾਇਦ ਇਹ ਕੋਈ ਅਤਕਥਨੀ ਨਹੀਂ ਕਿ ਬਾਜਾਖਾਨਾ ਥਾਣੇ ਦੇ ਵਿੱਚ ਇੱਕ ਖਾਨਾ ਪੂਰਤੀ ਜੀ ਕਰ ਦਿੱਤੀ ਗਈ। ਹੁਣ ਥਾਣਾ ਬਾਜਾਖਾਨਾ ਦੇ ਵਿੱਚ ਮੁਕੱਦਮਾ ਨੰਬਰ 130 ਦੇ ਵਿੱਚ ਹੀ ਉਸ ਵਕਤ ਦੇ DGP ਸੁਮੇਧ ਸੈਣੀ ਅਤੇ ਮੁਅੱਤਲ ਕੀਤੇ ਹੋਏ IG ਪਰਮਰਾਜ ਸਿੰਘ ਉਮਰਾ ਨੰਗਲ ਜਦ ਹੁਣ ਨਾਮਜ਼ਦ ਹੋ ਚੁੱਕੇ ਨੇ। ਪੁਲਿਸ ਨੇ ਸਿੱਟ ਦੀ ਤਫਤੀਸ਼ ਦੇ ਮੁਤਾਬਕ ਇਹਨਾਂ ਦੋਵਾਂ ਦੇ ਉੱਤੇ ਹੀ, ਕਿਉਂਕਿ ਉਸ ਵਕਤ ਪਰਮਰਾਜ ਉਮਰਾ ਨੰਗਲ ਲੁਧਿਆਣੇ ਦੇ ਵਿੱਚ ਪੁਲਿਸ ਕਮਿਸ਼ਨਰ ਸਨ, ਇਸ ਮੁਕੱਦਮੇ ਦੇ ਵਿੱਚ ਇਰਾਦਾ ਕਤਲ, ਹਥਿਆਰਾਂ ਦੀ ਦੁਰਵਰਤੋਂ, ਸਾਜ਼ਿਸ਼ ਰਚਣ ਅਤੇ ਝੂਠੀ ਗਵਾਹੀ ਦੇ ਦੋਸ਼ਾਂ ਦੇ ਵਿੱਚ ਮੁਲਜ਼ਮ ਇਹ ਨਾਮਜ਼ਦ ਕਰ ਦਿੱਤੇ ਹੈ। ਪਰ ਇੱਥੇ ਇਹ ਦੱਸਣਾ ਬੜਾ ਲਾਜ਼ਮੀ ਹੈ ਕਿ 14 ਅਕਤੂਬਰ 2015 ਨੂੰ ਬਹਿਬਲ ਕਲਾਂ ਦੇ ਵਿੱਚ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਕਿ ਲੋਕ ਧਰਨਾ ਦੇ ਰਹੇ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ, ਸਾਨੂੰ ਇਨਸਾਫ ਚਾਹੀਦਾ, ਤੇ ਉੱਥੇ ਪੁਲਿਸ ਨੇ ਗੋਲੀ ਚਲਾ ਦਿੱਤੀ ਸੀ। ਤੇ ਇਸ ਗੋਲੀ ਕਾਂਡ ਦੇ ਵਿੱਚ ਪਿੰਡ ਨਿਆਮੀਵਾਲਾ ਦੇ 2 ਵਿਅਕਤੀਆਂ ਦੀ ਮੌਤ ਹੋ ਗਈ ਸੀ। ਤੇ ਇਸ ਕੇਸ ਨਾਲ ਜੁੜੇ ਕੁਝ ਹੋਰ ਪਹਿਲੂ ਇੱਥੇ ਬੜੇ ਲਾਜ਼ਮੀ ਨੇ ਜਿਨ੍ਹਾਂ ਦੇ ਉੱਤੇ ਆਪਾਂ ਨੂੰ ਨਜ਼ਰ ਮਾਰਨੀ ਪਏਗੀ, ਕਿਉਂਕਿ ਕਈ ਕਮਿਸ਼ਨ ਬਣੇ ਨੇ। ਜਸਟਿਸ ਰਣਜੀਤ ਸਿੰਘ ਨੇ ਇੱਕ ਰਿਪੋਰਟ ਦਿੱਤੀ ਸੀ। ਉਸ ਰਿਪੋਰਟ ਮੁਤਾਬਕ ਉਸ ਵਕਤ, ਜਾਂ ਆਪਾਂ ਤਤਕਾਲੀ ਆਪਾਂ ਕਹਿ ਸਕਦੇ ਹਾਂ, ਜਿਹੜੇ ਉਸ ਵਕਤ ਮੋਗਾ ਦੇ SSP ਚਰਨਜੀਤ ਸਿੰਘ ਸ਼ਰਮਾ ਸੀ, ਉਹਨਾਂ ਦੇ ਰੀਡਰ ਇੰਸਪੈਕਟਰ ਪ੍ਰਦੀਪ ਸਿੰਘ, ਜਿਹੜੇ ਬਾਅਦ ਦੇ ਵਿੱਚ ਹੁਣ ਵਾਅਦਾ ਮਾਫ ਗਵਾਹ ਬਣ ਗਏ ਆ, SP ਬਿਕਰਮਜੀਤ ਸਿੰਘ,
SHO ਬਾਜਾਖਾਨਾ ਅਮਰਜੀਤ ਸਿੰਘ ਕੁਲਾਰ ਇਹ ਵੀ ਨਾਮਜ਼ਦ ਕੀਤੇ ਗਏ ਸਨ। ਤੇ ਇਸ ਕੇਸ ਦੇ ਵਿੱਚ ਚਰਨਜੀਤ ਸਿੰਘ ਸ਼ਰਮਾ ਜਿਹੜੇ ਉਸ ਵਕਤ SSP ਸੀ, ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਨੇ ਚਲਾਨ ਪੇਸ਼ ਕਰ ਦਿੱਤਾ ਸੀ ਅਤੇ ਬਾਕੀ ਜਿਹੜੇ 3 ਵਿਅਕਤੀ ਸੀ ਉਹਨਾਂ ਨੂੰ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਦੇ ਦਿੱਤੀ ਸੀ। ਤੇ ਇਸੇ ਹੀ ਕੇਸ ਦੇ ਵਿੱਚ SIT ਨੇ ਫਰਵਰੀ 2019 ਦੇ ਵਿੱਚ, ਜਿਹੜੀ ਮੈਂ ਗੱਲ ਕਰ ਰਿਹਾ ਕਿ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ 'ਚ ਵਾਧਾ ਹੋ ਰਿਹਾ ਹੈ, ਫਰਵਰੀ 2019 ਦੇ ਵਿੱਚ ਸੁਮੇਧ ਸੈਣੀ ਤੋਂ ਪੁੱਛਗਿੱਛ ਕੀਤੀ ਗਈ ਸੀ ਕਿ ਪ੍ਰਦਰਸ਼ਨਕਾਰੀਆਂ ਦੇ ਉੱਤੇ ਜਿਹੜੀ ਗੋਲੀ ਚੱਲੀ, ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਣਪਛਾਤੀ ਪੁਲਿਸ ਨੇ ਗੋਲੀਆਂ ਚਲਾਈਆਂ, ਸਾਨੂੰ ਇਹ ਦੱਸੋ ਕਿ ਗੋਲੀ ਚਲਾਉਣ ਦਾ ਉਸ ਵਕਤ ਹੁਕਮ ਕਿਹਨੇ ਦਿੱਤਾ ਸੀ। ਇਹਦੇ ਤੋਂ ਇਲਾਵਾ ਸਿੱਟ ਡੇਰਾ ਸੱਚਾ ਸੌਦਾ ਦੇ ਜਿਹੜੇ ਮੁਖੀ ਇਸ ਵਕਤ ਜੇਲ੍ਹ ਦੀਆਂ ਸਲਾਖਾਂ ਪਿੱਛੇ ਨੇ, ਗੁਰਮੀਤ ਰਾਮ ਰਹੀਮ ਸਿੰਘ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਫਿਲਮੀ ਅਭਿਨੇਤਾ ਅਕਸ਼ੇ ਕੁਮਾਰ ਤੋਂ ਵੀ ਜਾਂਚ ਕਰ ਚੁੱਕੀ ਹੈ ਸਿੱਟ। ਹੁਣ ਅਕਸ਼ੇ ਕੁਮਾਰ ਤੋਂ ਜਾਂਚ ਦਾ ਕਾਰਨ ਕੀ ਬਣਿਆ ਸੀ? ਅਸਲ ਦੇ ਵਿੱਚ ਜਾਂਚ ਦਾ ਕਾਰਨ ਇਹ ਬਣਿਆ ਸੀ, ਉਸ ਵਕਤ ਖਬਰਾਂ ਨਿਕਲ ਕੇ ਇਹ ਸਾਹਮਣੇ ਆਈਆਂ ਸੀ ਕਿ ਡੇਰਾ ਮੁਖੀ ਅਤੇ ਸੁਖਬੀਰ ਬਾਦਲ ਦੀ ਇੱਕ ਮੀਟਿੰਗ ਹੋਈ। ਉਸ ਮੀਟਿੰਗ ਦਾ ਪ੍ਰਬੰਧ ਅਸਲ ਦੇ ਵਿੱਚ ਅਕਸ਼ੇ ਕੁਮਾਰ ਨੇ ਕਰਵਾਇਆ ਸੀ। ਉਹਦੇ ਮੁਤਾਲਕ ਅਕਸ਼ੇ ਕੁਮਾਰ ਤੋਂ ਵੀ ਸਿੱਟ ਜਾਂਚ ਪੜਤਾਲ ਕਰ ਚੁੱਕੀ ਹੈ। ਹੁਣ ਇਹ ਅੱਜ ਜਿਹੜੀ ਖਬਰ ਤਾਜ਼ੀ ਸਾਹਮਣੇ ਆਈ ਹੈ ਕਿ ਲੱਗਦਾ ਇਹ ਸੀ ਕਿ ਸੁਮੇਧ ਸੈਣੀ ਸ਼ਾਇਦ ਕਿਸੇ ਨੂੰ ਕਿਸੇ ਕੇਸ ਵਿੱਚੋਂ ਬਚਣਗੇ, ਪਰ ਹੁਣ ਜਿਹੜੇ ਸੰਗੀਨ ਧਾਰਾਵਾਂ ਦੇ ਤਹਿਤ ਉਹ ਨਾਮਜ਼ਦ ਕਰ ਦਿੱਤੇ ਗਏ ਆ, ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਪਿੱਛਾ ਛੁੱਟਣ ਵਾਲਾ ਨਹੀਂ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਅਪਡੇਟ ਹੁੰਦੀ ਹੈ, ਪਰ ਇੱਥੇ ਇਹ ਗੱਲ ਬਹੁਤ ਲਾਜ਼ਮੀ ਕਰਨ ਵਾਲੀ ਹੈ ਕਿ ਉਸ ਵਕਤ ਦੀ ਸਰਕਾਰ, ਬਾਦਲ ਸਰਕਾਰ, ਉਹ ਵੀ ਲਾਰੇ ਲਾਉਂਦੀ ਗਈ, ਇਨਸਾਫ ਕੋਈ ਨਹੀਂ ਮਿਲਿਆ। ਉਹਦੇ ਤੋਂ ਬਾਅਦ ਲਗਭਗ 3.5 ਸਾਲ ਤੋਂ ਵੱਧ ਦਾ ਸਮਾਂ ਬੀਤ ਰਿਹਾ ਕੈਪਟਨ ਸਰਕਾਰ ਦਾ। ਲੋਕਾਂ ਨੂੰ ਹਾਲੇ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਉਸ ਵਕਤ ਹੋਏ ਕਾਤਲਾਨਾ ਜਿਹੜਾ ਉਹ ਕੰਮ ਸੀ, ਜ਼ਬਰ ਸੀ, ਉਹਦਾ ਇਨਸਾਫ ਨਹੀਂ ਮਿਲਿਆ। ਖੈਰ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਕੇਸ ਦੇ ਵਿੱਚ ਅਗਲੀ ਕਾਰਵਾਈ ਕੀ ਹੁੰਦੀ ਹੈ। ਤੇ ਅਗਲੀ ਜਿਹੜੀ ਖਬਰ ਹੈ ਉਹ ਇੰਗਲੈਂਡ ਤੋਂ ਮਿਲ ਰਹੀ ਹੈ, ਬਰਤਾਨੀਆ ਤੋਂ ਮਿਲ ਰਹੀ ਹੈ। ਜਿਸ ਤਰ੍ਹਾਂ ਦੁਨੀਆ ਭਰ ਦੇ ਵਿੱਚ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਇਸੇ ਤਰੀਕੇ ਨਾਲ ਇੰਗਲੈਂਡ ਦੇ ਵਿੱਚੋਂ ਵੀ ਕੋਵਿਡ ਦੇ ਦੁਬਾਰਾ ਲਗਭਗ ਕੇਸ ਵਧਣ ਲੱਗੇ ਹੈ, ਜਿਸ ਕਾਰਨ ਬਰਤਾਨੀਆ ਦੇ ਵਿੱਚ ਪਾਬੰਦੀਆਂ ਜਾਂ ਸਖਤੀਆਂ ਵਧਾਈਆਂ ਜਾ ਰਹੀਆਂ ਨੇ। ਅੱਜ ਖਬਰ ਮਿਲੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਸੀ, ਜਿਹੜੇ ਲੋਕਾਂ ਨੇ ਇਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ, ਤੇ ਪੁਲਿਸ ਹੁਣ ਉਹਨਾਂ ਨੂੰ ਆੜੇ ਹੱਥੀਂ ਲੈ ਰਹੀ ਹੈ। ਭਾਰੀ ਜੁਰਮਾਨੇ ਠੋਕੇ ਜਾ ਰਹੇ ਹੈ। ਪਹਿਲੀ ਵਾਰੀ ਬਰਤਾਨੀਆ ਵਿੱਚ ਜੇਕਰ ਕੋਈ ਗਲਤੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ 1000 ਪਾਉਂਡ, ਜਿਹੜੇ ਲਗਭਗ 1200 ਅਮਰੀਕੀ ਡਾਲਰ ਬਣਦੇ ਆ, 1200 ਅਮਰੀਕੀ ਡਾਲਰ ਦਾ ਜੁਰਮਾਨਾ ਕੀਤਾ ਜਾ ਰਿਹਾ ਹੈ। ਜੇਕਰ ਉਹੀ ਵਿਅਕਤੀ ਪਹਿਲੀ ਵਾਰੀ 1200 ਡਾਲਰ ਤੇ ਦੂਸਰੀ ਵਾਰੀ ਫੇਰ ਜੇਕਰ ਲੱਗਦਾ ਹੈ ਕਿ ਇਸ ਵਿਅਕਤੀ ਨੇ ਸੁਧਰਿਆ ਨਹੀਂ ਤੇ ਜੁਰਮਾਨੇ ਨੂੰ ਵਧਾਇਆ ਜਾ ਰਿਹਾ, ਤੇ ਫਿਰ ਪਹਿਲਾਂ 1000 ਪਾਉਂਡ ਹੈ ਤੇ ਫਿਰ ਉਸ ਨੂੰ 10 ਗੁਣਾ ਵਧਾਇਆ ਜਾ ਰਿਹਾ ਹੈ, 10000 ਪਾਉਂਡ ਦਾ ਜੁਰਮਾਨਾ ਲਾਇਆ ਜਾ ਰਿਹਾ ਹੈ। ਤੇ ਸਿਹਤ ਤੇ ਸਮਾਜ ਸੁਰੱਖਿਆ ਮੰਤਰਾਲੇ ਨੇ ਇਹ ਆਖ ਦਿੱਤਾ ਹੈ ਕਿ ਜਿਹੜੇ ਕਰੋਨਾ ਪੀੜਤ ਲੋਕਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ, ਜੇਕਰ ਕੋਈ ਆਪਣੇ ਬਾਰੇ ਕੋਵਿਡ-19 ਮੁਤਲਕ ਝੂਠੀ ਜਾਣਕਾਰੀ ਦੇ ਰਿਹਾ, ਬੋਗਸ ਜਾਣਕਾਰੀ ਦੇ ਰਿਹਾ ਜਾਂ ਨਿਯਮਾਂ ਦੀ ਉਲੰਘਣਾ ਕਰਦਾ ਫੜਿਆ ਗਿਆ ਤੇ ਛੁਟਕਾਰਾ ਕੋਈ ਨਹੀਂ, ਜੁਰਮਾਨੇ ਇਹ ਤੋਂ ਵੀ ਭਾਰੀ ਲੱਗ ਸਕਦੇ ਆ। ਹੁਣ ਬਰਤਾਨੀਆ ਦੇ ਸਿਹਤ ਸਕੱਤਰ ਨੇ ਮੈਟ ਹੈਨਕੋਕ, ਉਹਨਾਂ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਸਰਕਾਰ ਨੂੰ ਸਖਤ ਇਸ ਕਰਕੇ ਹੋਣਾ ਪੈ ਰਿਹਾ ਹੈ ਕਿ ਬੀਤੇ ਕਈ ਦਿਨਾਂ ਤੋਂ ਅਸੀਂ ਲਗਾਤਾਰ ਵੇਖ ਰਹੇ ਹਾਂ, ਜਦੋਂ ਤੋਂ ਕੋਵਿਡ-19 ਦੁਬਾਰਾ ਵਧ ਰਿਹਾ ਹੈ, ਸਖਤ ਪਾਬੰਦੀਆਂ ਲਾਉਣ ਦੇ ਬਾਵਜੂਦ ਵੀ ਲੋਕ ਨਿਯਮਾਂ ਦੀ ਉਲੰਘਣਾ ਕਰ ਰਹੇ ਨੇ। ਤੇ ਉਹ ਕਹਿੰਦੇ ਇੰਨਾ ਹੀ ਨਹੀਂ, ਆਉਣ ਵਾਲੇ ਬੁੱਧਵਾਰ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਅਸੀਂ ਇੱਕ ਕਾਨੂੰਨ ਦੇ ਵਿੱਚ ਸੋਧ ਵੀ ਕਰਨ ਜਾ ਰਹੇ ਹਾਂ ਤਾਂ ਕਿ ਅਸੀਂ ਕਰੋਨਾ ਦੀ ਮਾਰ ਜਿਹੜੀ ਇਸ ਵਕਤ ਬਰਤਾਨੀਆ ਦੇ ਉੱਤੇ ਪਈ ਹੋਈ ਹੈ, ਉਹਦੇ ਤੋਂ ਕਿਸੇ ਨਾ ਕਿਸੇ ਤਰੀਕੇ ਮੁਲਕ ਨੂੰ ਬਚਾ ਸਕੀਏ। ਇਸ ਵਕਤ ਤੱਕ ਇਕੱਲੇ ਬਰਤਾਨੀਆ ਵਿੱਚ 42,000 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਕਰਕੇ ਸਰਕਾਰ ਚਾਹੁੰਦੀ ਹੈ ਕਿ ਸਖਤ ਪਾਬੰਦੀਆਂ ਲਾ ਲਈਏ, ਲੋਕਾਂ ਨੂੰ ਹੁਣ ਢਿੱਲ ਦੇਣ ਦੀ ਕੋਈ ਉਹ ਨਹੀਂ, ਤੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮਾਸਕ ਪਹਿਨਣਾ ਲਾਜ਼ਮੀ ਕਰਾਰ ਵੀ ਦਿੱਤਾ ਹੈ ਤੇ ਕਈਆਂ ਥਾਵਾਂ ਦੇ ਉੱਤੇ ਇਹਨਾਂ ਕਾਰਨ ਰੋਸ ਪ੍ਰਦਰਸ਼ਨ ਵੀ ਹੋ ਰਹੇ ਹੈ। ਸੋ ਹੁਣ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਅਮਰੀਕਾ ਦੇ ਵਿੱਚ ਨਵੰਬਰ ਮਹੀਨੇ ਰਾਸ਼ਟਰਪਤੀ ਚੋਣ ਹੋਣ ਜਾ ਰਹੀ ਹੈ ਤੇ ਕੱਲ੍ਹ ਨੂੰ ਅਮਰੀਕਾ ਦੇ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਸਾਹਿਬ
ਅਤੇ ਮੌਜੂਦਾ ਰਾਸ਼ਟਰਪਤੀ ਟਰੰਪ ਸਾਹਿਬ ਦੀ ਡਿਬੇਟ ਹੋਣੀ ਹੈ। ਡਿਬੇਟ ਤੋਂ ਪਹਿਲਾਂ ਇੱਕ ਰਿਪੋਰਟ ਛਪੀ ਹੈ ਕੱਲ੍ਹ ਦੇ ਨਿਊਯਾਰਕ ਟਾਈਮਜ਼ ਦੇ ਵਿੱਚ। ਉਹਦੇ ਵਿੱਚ ਰਾਸ਼ਟਰਪਤੀ ਟਰੰਪ ਮੈਨੂੰ ਲੱਗਦਾ ਕਿ ਜਵਾਬਦੇਹ ਹੋ ਜਾਣੇ ਆ। ਬਹੁਤ ਸਾਰੇ ਲੋਕ ਸੋਚਣ ਵਾਸਤੇ ਮਜਬੂਰ ਹੋਣਗੇ। ਹੁਣ ਰਾਸ਼ਟਰਪਤੀ ਟਰੰਪ ਇਸ ਸਾਲ ਵੀ ਤੇ ਪਿਛਲੀ ਟਰਮ ਤੋਂ ਪਹਿਲਾਂ ਵੀ ਰਾਸ਼ਟਰਪਤੀ ਉਹਦੇ ਹੀ ਦੌੜ ਦੇ ਵਿੱਚ ਸਨ ਤੇ ਜਾਣਕਾਰੀ ਮਿਲ ਰਹੀ ਹੈ ਕਿ ਵਾਈਟ ਹਾਊਸ ਦੇ ਵਿੱਚ ਆਪਣੇ ਪਹਿਲੇ ਸਾਲ ਦੇ ਦੌਰਾਨ ਉਹਨਾਂ ਨੇ ਆਮਦਨੀ ਟੈਕਸ ਦੇ ਤੌਰ ਤੇ ਸਿਰਫ 750 ਅਮਰੀਕੀ ਡਾਲਰਾਂ ਦਾ ਭੁਗਤਾਨ ਕੀਤਾ। ਸਿਰਫ 700 ਤੇ 50 ਅਮਰੀਕੀ ਡਾਲਰ। ਹੁਣ ਇਹ ਜਿਹੜੀ ਰਿਪੋਰਟ ਹੈ ਇਹ ਨਿਊਯਾਰਕ ਟਾਈਮਜ਼ ਨੇ ਛਾਪੀ ਹੈ। ਉਹਨਾਂ ਨੇ ਲਿਖਿਆ ਕਿ ਆਪਣੇ ਆਮਦਨੀ ਭੁਗਤਾਨ ਨੂੰ ਬਹੁਤ ਗੁਪਤ ਰੱਖਣ ਵਾਲੇ ਟਰੰਪ ਆਧੁਨਿਕ ਸਮੇਂ ਦੇ ਵਿੱਚ ਇੱਕੋ ਇੱਕ ਰਾਸ਼ਟਰਪਤੀ ਨੇ, ਇਕਲੌਤੇ ਇਸ ਤਰ੍ਹਾਂ ਦੇ ਰਾਸ਼ਟਰਪਤੀ ਨੇ ਜਿਹੜਿਆਂ ਨੇ ਕੁਝ ਜਨਤਕ ਕੀਤਾ ਹੀ ਨਹੀਂ। ਹੁਣ ਨਿਊਯਾਰਕ ਟਾਈਮਜ਼ ਦੀ ਇਸ ਖਬਰ ਦੇ ਮੁਤਾਬਕ ਬੀਤੇ 15 ਸਾਲਾਂ ਦੇ ਵਿੱਚੋਂ 10 ਸਾਲ ਟਰੰਪ ਨੇ ਕੋਈ ਫੈਡਰਲ ਆਮਦਨੀ ਟੈਕਸ ਅਦਾ ਕੀਤਾ ਹੀ ਨਹੀਂ। ਆਹ ਹੁਣ ਜਿਹੜੀ ਗੱਲ ਹੈ ਨਾ, ਜੇ ਪਿਛਲੇ 10 ਸਾਲਾਂ ਤੋਂ ਇੱਕ ਮੁਲਕ ਦਾ ਪ੍ਰਧਾਨ, ਇੱਕ ਰਾਸ਼ਟਰਪਤੀ ਆਪ ਖੁਦ ਫੈਡਰਲ ਟੈਕਸ ਨਹੀਂ ਦੇ ਰਿਹਾ ਤੇ ਫਿਰ ਲੋਕ ਕੀ ਸੋਚਣਗੇ? ਕਿਉਂਕਿ ਆਪਣੇ ਆਪ ਇੱਕ ਉਦਾਹਰਨ, ਇੱਕ ਐਗਜ਼ਾਮਪਲ ਸੈੱਟ ਕਰਨ ਦੀ ਜ਼ਰੂਰਤ ਹੈ। ਇਹ ਉਦੋਂ ਹੈ ਜਦੋਂ ਉਹਨਾਂ ਨੇ ਰਾਸ਼ਟਰਪਤੀ ਅਹੁਦੇ ਦੇ ਲਈ ਆਪਣੀ ਮੁਹਿੰਮ ਦੇ ਦੌਰਾਨ ਖੁਦ ਨੂੰ ਅਰਬਪਤੀ ਰੀਅਲ ਸਟੇਟ ਕਾਰੋਬਾਰੀ, ਸਫਲ ਕਾਰੋਬਾਰੀ, ਵੱਡਾ ਕਾਰੋਬਾਰੀ ਪੇਸ਼ ਕੀਤਾ ਸੀ ਕਿ ਮੈਂ ਤੇ ਬਹੁਤ ਵੱਡਾ ਅਮੀਰ ਅਤੇ ਕਾਰੋਬਾਰੀ ਹਾਂ। ਹੁਣ ਵਾਈਟ ਹਾਊਸ ਦੇ ਵਿੱਚ ਇੱਕ ਪੱਤਰਕਾਰ ਸੰਮੇਲਨ ਦੇ ਦੌਰਾਨ ਜਦੋਂ ਰਾਸ਼ਟਰਪਤੀ ਟਰੰਪ ਨੂੰ ਇਸ ਖਬਰ ਦੇ ਬਾਰੇ ਪੁੱਛ ਲਿਆ ਗਿਆ ਕਿ ਦੱਸੋ ਤੁਸੀਂ ਤਾਂ ਟੈਕਸ ਨਹੀਂ ਭਰਦੇ, ਕਿਉਂਕਿ ਰਾਸ਼ਟਰਪਤੀ ਸਾਹਿਬ ਤੁਹਾਨੂੰ ਪਤਾ ਹੈ ਕਿ ਉਹ ਆਪਣੇ ਮਿਜ਼ਾਜ ਦੇ ਵਿੱਚ ਗੱਲਬਾਤ ਕਰਦੇ ਆ। ਉਹ ਜਦੋਂ ਵੀ ਕਹਿੰਦੇ ਨੇ, ਜਦੋਂ ਪਿਛਲੀ ਵਾਰੀ ਹਿਲਰੀ ਕਲਿੰਟਨ ਦੇ ਨਾਲ ਉਹ ਡਿਬੇਟ ਕਰ ਰਹੇ ਸੀ, ਜਦੋਂ ਹਿਲਰੀ ਕਲਿੰਟਨ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਪੁੱਛਦੀ, ਫੇਕ, ਜਦੋਂ ਉਹਨਾਂ ਨੂੰ ਆਹੀ ਗੱਲ ਪੁੱਛੀ ਗਈ ਕਿ ਦੱਸੋ ਤੁਸੀਂ ਟੈਕਸ ਨਹੀਂ ਭਰਦੇ, ਕਹਿੰਦੇ ਫੇਕ ਨਿਊਜ਼ ਹੈ। ਇਹ ਤੋਂ ਬਾਅਦ ਮੈਂ ਕੁਛ ਨਹੀਂ ਕਹਿਣਾ। ਉਹ ਟੈਕਸਾਂ ਦਾ ਭੁਗਤਾਨ ਕਰਦੇ ਆ ਜਾਂ ਨਹੀਂ, ਪਰ ਵੇਰਵਾ ਕੋਈ ਨਹੀਂ ਮਿਲ ਰਿਹਾ। ਹੁਣ ਨਿਊਯਾਰਕ ਟਾਈਮਜ਼ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਉਹਨਾਂ ਨੇ 2 ਦਹਾਕੇ ਤੋਂ ਵੱਧ ਦੇ ਆਮਦਨੀ ਰਿਟਰਨ ਅੰਕੜਿਆਂ ਨੂੰ ਹਾਸਲ ਕਰਨ ਦੇ ਲਈ ਜਦੋਂ ਅਸੀਂ ਇਹ ਜਾਣਕਾਰੀ ਲੱਭੀ ਤਾਂ ਲੱਭਦਾ ਕੁਛ ਵੀ ਨਹੀਂ। ਪਰ ਹੁਣ ਕੱਲ੍ਹ ਨੂੰ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਗਹਿ-ਗੱਚ ਜਿਹੜੀ ਮੁਕਾਬਲੇ ਵਾਲੀ ਬਹਿਸ ਹੋਣੀ ਹੈ, ਉਹਦੇ ਵਿੱਚ ਇਹ ਸਖਤ ਸਵਾਲ ਉਹਨਾਂ ਨੂੰ ਵਿਰੋਧੀ ਉਮੀਦਵਾਰ ਵੱਲੋਂ ਕੀਤੇ ਜਾ ਸਕਦੇ ਆ। ਪਰ ਮੈਨੂੰ ਪਤਾ ਹੈ ਕਿ ਰਾਸ਼ਟਰਪਤੀ ਟਰੰਪ ਸਾਹਿਬ ਦਾ ਆਪਣਾ ਹੀ ਤਰੀਕਾ ਹੈ। ਉਹਨਾਂ ਨੇ ਕਹੇ ਉੱਥੇ ਵੀ ਫੇਕ ਦੇਣਾ ਜਾਂ ਫਿਰ ਦੂਸਰੇ ਪਾਸੇ ਨੂੰ ਖੜ੍ਹ ਕੇ ਉਹਨਾਂ ਦੀ ਇੰਝ ਹੁੰਦੀ ਹੈ ਗੱਲ ਕਿ ਮੈਂ ਤੇਰੀ ਗੱਲ ਸੁਣੀ ਨਹੀਂ, ਜਵਾਬ ਦੇਣਾ ਹੀ ਕੋਈ ਨਹੀਂ। ਪਰ ਉਹ ਜਵਾਬ ਦਿੰਦੇ ਆ, ਭਾਵੇਂ ਜਵਾਬ ਨਹੀਂ ਦਿੰਦੇ, ਪਰ ਲੋਕ ਇਸ ਗੱਲ ਦਾ ਨੋਟਿਸ ਜ਼ਰੂਰ ਲੈਣਗੇ। ਰਾਸ਼ਟਰਪਤੀ ਸਾਹਿਬ ਨੇ ਕਿਹਾ ਹੈ ਕਿ ਉਹਨਾਂ ਦੇ ਟੈਕਸਾਂ ਦੇ ਬਾਰੇ ਜਾਣਕਾਰੀ ਦਾ ਉਹ ਖੁਲਾਸਾ ਨਹੀਂ ਕਰਦੇ, ਪਰ ਇਸ ਖੁਲਾਸੇ ਦੇ ਲਈ ਉਹਨਾਂ ਨੇ ਕਹਿੰਦੇ ਮੈਂ ਆਉਣ ਵਾਲੇ ਸਮੇਂ ਵਿੱਚ ਖੁਲਾਸਾ ਕਰ ਵੀ ਸਕਦਾ। ਪਰ ਜਦੋਂ ਉਹਨੂੰ ਪੁੱਛਿਆ ਕਿ ਖੁਲਾਸਾ ਕਰੋਗੇ ਕਦੋਂ, 2 ਮਹੀਨੇ ਨੂੰ ਤਾਂ ਤੁਹਾਡੀ 1.5 ਮਹੀਨੇ ਨੂੰ ਤਾਂ ਚੋਣ ਹੋ ਜਾਣੀ ਹੈ, ਉਹਨਾਂ ਨੇ ਸਮਾਂ-ਬੱਧ ਕੋਈ ਨਹੀਂ ਕੀਤਾ। ਕਹਿੰਦੇ ਆਉਣ ਵਾਲੇ ਸਮੇਂ 'ਚ ਮੈਂ ਦੱਸ ਦੂੰ। ਐਸੇ ਤਰ੍ਹਾਂ ਦੇ ਵਾਅਦੇ ਸਾਲ 2016 ਦੇ ਵਿੱਚ ਜਦੋਂ ਪ੍ਰਚਾਰ ਕਰ ਰਹੇ ਸੀ ਉਸ ਵਕਤ ਵੀ ਕਰ ਰਹੇ ਸੀ, ਪਰ 2016 ਤੋਂ ਬਾਅਦ ਲਗਭਗ ਪਹਿਲੀ ਟਰਮ 4 ਸਾਲਾਂ ਦੀ ਉਹਨਾਂ ਦੀ ਸਮਾਪਤ ਹੋਣ ਵਾਲੀ ਹੈ, ਮੁੜ ਕੇ ਜ਼ਿਕਰ ਕਦੇ ਨਹੀਂ ਕੀਤਾ। ਹੁਣ ਜੇਕਰ ਇੱਕ ਰਾਸ਼ਟਰਪਤੀ, ਜਿਸ ਵਿਅਕਤੀ ਨੇ ਆਪਣੇ ਅਹੁਦੇ ਦੀ ਪਹਿਲਾਂ ਸਹੁੰ ਵੀ ਖਾਧੀ, ਲੋਕਾਂ ਦੇ ਨਾਲ ਵਾਅਦੇ ਵੀ ਕੀਤੇ, ਜੇਕਰ 4 ਸਾਲ ਇੰਝ ਹੀ ਲੰਘਾ ਦਿੱਤੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਲੋਕ ਸੋਚਦੇ ਆ ਕਿ ਸ਼ਾਇਦ ਰਾਸ਼ਟਰਪਤੀ ਟਰੰਪ ਸਾਹਿਬ ਭਾਵੇਂ ਜਿੱਤਦੇ ਆ ਜਾਂ ਹਾਰਦੇ ਆ, ਪਰ ਹੋ ਸਕਦਾ ਕਿ ਇਸ ਗੱਲ ਦਾ ਉਹ ਕਦੇ ਜਵਾਬ ਨਾ ਦੇਣ। ਹੁਣ ਉਧਰ ਅਮਰੀਕਾ ਦੇ ਵਿੱਚ ਚੋਣਾਂ ਤੇ ਇਸ ਸੂਬੇ ਦੇ ਵਿੱਚ, ਜਿਹੜੇ ਸੂਬੇ ਵਿੱਚ ਕੈਨੇਡਾ ਦੇ ਅਸੀਂ ਰਹਿੰਦੇ ਹਾਂ, ਬ੍ਰਿਟਿਸ਼ ਕੋਲੰਬੀਆ ਜਿਸ ਨੂੰ BC ਕਹਿੰਦੇ ਆ, ਇਹਦੇ ਵਿੱਚ ਵੀ ਚੋਣਾਂ ਦਾ ਬਿਗਲ ਵੱਧ ਚੁੱਕਿਆ ਹੈ। ਚੋਣਾਂ ਆਪਣੇ ਮਿੱਥੇ ਸਮੇਂ ਤੋਂ ਪਹਿਲਾਂ ਹੋ ਰਹੀਆਂ ਨੇ। 24 ਅਕਤੂਬਰ ਤੇ 2020 ਨੂੰ BC ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਇਹਦੇ ਵਿੱਚ ਬਹੁਤ ਸਾਰੇ ਪੰਜਾਬੀ ਉਮੀਦਵਾਰ ਵੀ ਆਪਣੀ ਕਿਸਮਤ ਇੱਕ ਵਾਰ ਫਿਰ ਤੋਂ ਅਜ਼ਮਾ ਰਹੇ ਨੇ। 2 ਮੁੱਖ ਪਾਰਟੀਆਂ ਨੇ, ਇੱਕ ਨਿਊ ਡੈਮੋਕ੍ਰੈਟਿਕ ਪਾਰਟੀ ਜਿਸ ਨੂੰ NDP ਪਾਰਟੀ ਕਿਹਾ ਜਾਂਦਾ ਹੈ, ਦੂਸਰੀ ਪਾਰਟੀ ਲਿਬਰਲ ਪਾਰਟੀ ਹੈ, ਪਰ ਤੀਸਰੀ ਪਾਰਟੀ ਜਿਸ ਨੇ ਲਗਭਗ 3 ਵਰ੍ਹੇ ਸਰਕਾਰ ਦਾ ਐਨ ਫੌੜੀਆਂ ਬਣ ਕੇ ਸਹਾਰਾ ਦਿੱਤਾ, ਉਹ ਹੈ ਗ੍ਰੀਨ ਪਾਰਟੀ। ਇੱਕ ਤੋਂ ਵੱਧ 3 ਸੀਟਾਂ ਉਹਨੂੰ ਮਿਲੀਆਂ ਸੀ ਜਿਨ੍ਹਾਂ ਦੇ ਸਹਾਰੇ ਸਰਕਾਰ ਜੌਨ ਹੌਰਗਨ ਦੀ ਅਗਵਾਈ ਦੇ ਵਿੱਚ ਚੱਲਦੀ ਰਹੀ। ਹੁਣ ਇਹ ਪਾਰਟੀਆਂ ਸਰਕਾਰ ਚਲਾਉਂਦੀਆਂ ਰਹੀਆਂ। ਮੁੱਖ ਮੰਤਰੀ ਜੌਨ ਹੌਰਗਨ ਸਨ, ਪਰ ਹੌਰਗਨ ਸਾਹਿਬ ਨੇ ਆਪਣੀ ਸਰਕਾਰ ਨੂੰ ਸਮੇਂ ਤੋਂ ਪਹਿਲਾਂ ਆਪ ਹੀ ਸੁੱਟ ਦਿੱਤਾ ਤੇ ਬੀਤੇ ਦਿਨੀ ਸੂਬਾਈ ਚੋਣਾਂ ਦਾ ਐਲਾਨ ਕਰ ਦਿੱਤਾ। ਹੁਣ BC ਦੇ ਵਿੱਚ ਜੇਕਰ ਆਪਾਂ ਆਖੀਏ ਸਭ ਤੋਂ ਵੱਧ ਗੜ੍ਹ ਪੰਜਾਬੀਆਂ ਦਾ ਸਰੀ ਮੰਨਿਆ ਜਾਂਦਾ, ਸਰੀ ਪੰਜਾਬੀਆਂ ਦੇ ਨਾਲ ਭਰੀ ਹੋਈ ਹੈ।
ਹੁਣ ਇੱਥੇ ਪੰਜਾਬੀ ਵੋਟਰ ਬਹੁਤ ਨੇ। ਹੁਣ ਪੰਜਾਬੀ ਵੋਟਰਾਂ ਨੂੰ ਭਰਮਾਉਣ ਦੇ ਵਾਸਤੇ, ਲੁਭਾਉਣ ਦੇ ਵਾਸਤੇ ਹਰ ਇੱਕ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਾਵੇਗੀ ਤੇ ਉਹਨਾਂ ਨੂੰ ਲਾਉਣਾ ਵੀ ਚਾਹੀਦਾ। ਤੇ ਲਗਭਗ ਹਰ ਇੱਕ ਪਾਰਟੀ ਨੂੰ ਹੁੰਦਾ ਕਿ ਆਪਣਾ ਉਮੀਦਵਾਰ ਪੰਜਾਬੀ ਹੀ ਉਤਾਰ ਦਿੱਤਾ ਜਾਵੇ। ਤੇ ਹੁਣ ਨਾਮਜ਼ਦਗੀਆਂ ਦੀ ਜਿਹੜੀ ਆਖਰੀ ਤਰੀਕ ਆ ਉਹ 2 ਅਕਤੂਬਰ ਹੈ, ਪਰ ਇਸ ਵਾਰ ਨਾਮਜ਼ਦਗੀਆਂ ਹੋਣੀਆਂ ਨਹੀਂ। NDP ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਸੀ ਉਹਨੇ ਲਗਭਗ ਪੁਰਾਣੇ MLA ਨੂੰ ਦੁਬਾਰਾ ਆਪਣੀ ਉਮੀਦਵਾਰ ਐਲਾਨ ਦਿੱਤਾ ਹੈ ਤੇ ਲਿਬਰਲ ਵਾਲੇ ਵੀ ਇੰਝ ਹੀ ਕਰ ਰਹੇ ਹੈ। ਉਹ ਜਿਹੜਾ ਵੀ ਵਿਅਕਤੀ ਉਹਨਾਂ ਨੂੰ ਲੱਗਦਾ ਕਿ ਪਾਏਦਾਰ ਹੈ, ਵਜ਼ਨਦਾਰ ਹੈ, ਸੀਟ ਕੱਢਣ ਦੀ ਸਮਰੱਥਾ ਰੱਖਦਾ ਹੈ, ਇਸ ਵਾਰ ਹੋ ਰਿਹਾ ਹੈ ਕਿ ਨੋਮੀਨੇਸ਼ਨਜ਼ ਨਹੀਂ ਹੋ ਰਹੀਆਂ। ਸਰੀ ਦੀਆਂ 9 ਰਾਈਡਿੰਗ ਦੇ ਉਮੀਦਵਾਰਾਂ ਦੀ ਲਗਭਗ ਐਲਾਨਨਾਮੇ ਕਰ ਦਿੱਤੇ ਗਏ ਹੈ। ਹੁਣ ਮੁੱਖ ਮੰਤਰੀ ਜੌਨ ਹੌਰਗਨ ਨੇ 21 ਸਤੰਬਰ ਜਿਹੜੀ ਲੰਘ ਚੁੱਕੀ ਹੈ ਉਸ ਦਿਨ BC ਦੇ ਵਿੱਚ ਚੋਣਾਂ ਦਾ ਐਲਾਨ ਕੀਤਾ। ਜਿੱਥੇ ਜਿੱਥੇ ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਨੇ, ਆਓ ਸਭ ਤੋਂ ਪਹਿਲਾਂ ਉਸ ਜ਼ਿਕਰ ਕਰਦੇ ਹਾਂ। ਸਰੀ ਦੇ ਵਿੱਚ ਗਿਲਫੋਰਡ ਪੈਂਦਾ, ਇਹ ਕੌਂਸਟੀਚੁਐਂਸੀ ਦਾ ਨਾਮ ਹੈ। ਇੱਥੇ ਗੈਰੀ ਬੈਗ ਜਿਹੜੇ NDP ਦੇ ਪਹਿਲਾਂ ਵੀ ਇਸ ਵਕਤ ਵਿਧਾਇਕ ਸਨ, ਮੁੜ ਕੇ ਚੋਣ ਮੈਦਾਨ ਵਿੱਚ ਉਤਾਰ ਦਿੱਤੇ ਗਏ। ਤੇ ਪਰ ਇਹਨਾਂ ਦਾ ਮੁਕਾਬਲਾ ਜਿਨ੍ਹਾਂ ਨੇ ਕਰਨਾ, ਲਿਬਰਲ ਪਾਰਟੀ ਦੇ ਡੇਵ ਹਾਂਸ ਹੋਣਗੇ ਜਿਹੜੇ NDP ਪਾਰਟੀ ਦੇ ਮੌਜੂਦਾ MLA ਸਨ, ਉਹਨਾਂ ਦੇ ਵਿਰੋਧੀ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨੇ। ਸਰੀ ਨਿਊਟਨ ਤੋਂ NDP ਦੇ ਉਮੀਦਵਾਰ ਇੱਕ ਵਾਰ ਫਿਰ ਤੋਂ ਜਿਹੜੇ ਸਾਬਕਾ ਕਿਰਤ ਮੰਤਰੀ ਨੇ, ਰੁਜ਼ਗਾਰ ਮੰਤਰੀ ਹੈਰੀ ਬੈਂਸ ਸਾਹਿਬ ਆਪਣੀ ਇੱਕ ਵਾਰ ਫਿਰ ਤੋਂ ਕਿਸਮਤ ਅਜ਼ਮਾ ਰਹੇ ਨੇ ਤੇ ਪੰਜਾਬੀ ਭਾਈਚਾਰੇ ਵਿੱਚ ਉਹਨਾਂ ਦਾ ਕਾਫੀ ਨਾਮ ਵੀ ਹੈ ਕਿਉਂਕਿ ਉਹ ਕੈਬਨਿਟ ਮਿਨਿਸਟਰ ਵੀ ਸਨ। ਤੇ ਉਹਨਾਂ ਦੇ ਵਿਰੋਧ ਦੇ ਵਿੱਚ ਲਿਬਰਲ ਪਾਰਟੀ ਨੇ ਪੌਲ ਬੋਪਾਰਾਏ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਸਰੀ ਪੈਨੋਰਾਮਾ ਤੋਂ NDP ਦੀ ਸਾਬਕਾ ਮਿਨਿਸਟਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਇੱਕ ਵਾਰੀ ਫਿਰ ਤੋਂ ਜਿਨੀ ਸਿਮਸ ਉਮੀਦਵਾਰ ਨੇ ਅਤੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਜਿਹੜੇ ਲਿਬਰਲ ਉਮੀਦਵਾਰ ਨੇ ਉਹ ਪਹਿਲਾਂ ਮੈਨੀਟੋਬਾ ਦੇ ਵਿੱਚ ਵੀ MLA ਰਹੇ, ਉਹਦੇ ਤੋਂ ਬਾਅਦ BC ਵਿੱਚ MLA ਵੀ ਰਹੇ ਅਤੇ BC ਦੇ ਵਿੱਚ ਉਹ ਮੈਂਟਲ ਹੈਲਥ ਦੇ ਮਿਨਿਸਟਰ ਵੀ ਰਹੇ ਅਤੇ ਪੇਸ਼ੇ ਵਜੋਂ ਉਹ ਡਾਕਟਰ ਨੇ। ਉਹਨਾਂ ਨੇ ਆਪਣੀ ਮਿਨਿਸਟਰੀ ਤੋਂ ਇੱਕ ਵਾਰ ਅਸਤੀਫਾ ਦੇ ਕੇ ਮੈਂਬਰ ਪਾਰਲੀਮੈਂਟ ਦੀ ਚੋਣ ਲੜੀ ਸੀ। ਉਹਨਾਂ ਦੀ ਵਜ਼ੀਰੀ ਵੀ ਜਾਂਦੀ ਰਹੀ ਸੀ ਅਤੇ ਉਹ ਚੋਣ MP ਵਾਲੀ ਜਿੱਤ ਵੀ ਨਹੀਂ ਸਕੇ। ਤੇ ਇਸ ਵਾਰ ਜਿਨੀ ਸਿਮਸ ਦੇ ਮੁਕਾਬਲੇ ਵਿੱਚ ਲਿਬਰਲ ਪਾਰਟੀ ਦੇ ਸਰੀ ਪੈਨੋਰਾਮਾ ਤੋਂ ਡਾਕਟਰ ਗੁਲਜ਼ਾਰ ਚੀਮਾ ਉਮੀਦਵਾਰ ਨੇ। ਸਰੀ ਵਾਲੀ ਤੋਂ ਬਰੂਸ ਰੋਲਸਟਨ NDP ਦੇ ਉਹ ਮਿਨਿਸਟਰ ਵੀ ਸਨ ਤੇ MLA ਵੀ ਸਨ ਤੇ ਉਹਨਾਂ ਦੇ ਮੁਕਾਬਲੇ ਸ਼ੌਕਤ ਖਾਨ ਨੂੰ ਲਿਬਰਲ ਪਾਰਟੀ ਨੇ ਉਮੀਦਵਾਰ ਐਲਾਨਿਆ। ਸਰੀ ਫਲੀਟਵੁੱਡ ਤੋਂ ਲਗਾਤਾਰ ਕਈ ਟਰਮਾਂ MLA ਰਹਿਣ ਵਾਲੇ ਜਗਰੂਪ ਬਰਾੜ ਜਿਹੜੇ ਪਿਛਲੀ ਸਰਕਾਰ ਦੇ ਵਿੱਚ ਵੀ ਵਿਧਾਇਕ ਸਨ NDP ਦੇ, ਉਹ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਵਿੱਚ ਨੇ ਤੇ ਸਰੀ ਤੋਂ ਸਕੂਲ ਟਰਸਟੀ ਗੈਰੀ ਥਿੰਦ ਪਹਿਲੀ ਵਾਰੀ ਉਹਨਾਂ ਦੇ ਮੁਕਾਬਲੇ ਦੇ ਵਿੱਚ, ਇਹ ਵੀ ਪੰਜਾਬੀ ਨੌਜਵਾਨ ਹੈ। ਲਿਬਰਲ ਪਾਰਟੀ ਵੱਲੋਂ ਇਹ ਆਪਣੀ ਜਗਰੂਪ ਬਰਾੜ ਦੇ ਖਿਲਾਫ ਕਿਸਮਤ ਅਜ਼ਮਾ ਰਹੇ ਨੇ। ਸਰੀ ਕਲੋਬਰਡੇਲ ਇੱਕੋ ਇੱਕ ਇਸ ਤਰ੍ਹਾਂ ਦਾ ਇਲਾਕਾ ਹੈ ਜਿੱਥੇ ਪੰਜਾਬੀ ਉਮੀਦਵਾਰ ਨਹੀਂ। ਉੱਥੇ ਮਾਰਵਨ ਹੰਟ ਲਿਬਰਲ ਦੇ ਉਮੀਦਵਾਰ ਸੀ, ਪਿਛਲੀ ਵਾਰੀ ਵੀ ਜਿੱਤੇ ਸੀ ਚੋਣ। ਇਸ ਵਾਰ ਲਿਬਰਲ ਪਾਰਟੀ ਨੇ ਮਾਰਵਨ ਹੰਟ ਨੂੰ ਫੇਰ ਉਤਾਰਿਆ ਤੇ NDP ਨੇ ਉਹਨਾਂ ਦੇ ਮੁਕਾਬਲੇ ਸਾਬਕਾ ਸਰੀ ਸਿਟੀ ਕੌਂਸਲਰ ਮਾਈਕ ਸਟਾਰ ਚੱਕ NDP ਨੇ ਉਹਨਾਂ ਤੇ ਆਪਣਾ ਦਾ ਖੇਡਿਆ ਅਤੇ ਸਰੀ ਸਾਊਥ ਤੋਂ ਸਟੈਫਨੀ ਕੈਡੀਕਿਊ ਲਿਬਰਲ ਪਾਰਟੀ ਦੇ ਫਿਰ ਤੋਂ ਉਮੀਦਵਾਰ ਨੇ ਅਤੇ ਇਹਦੇ ਨਾਲ ਪੌਲਨ ਗ੍ਰੀਵਜ਼ NDP ਨੇ ਉਹਨਾਂ ਨੂੰ ਸਰੀ ਵਾਈਟ ਰੌਕ ਤੋਂ ਉਹਨਾਂ ਨੂੰ ਉੱਥੋਂ ਉਤਾਰਿਆ ਤੇ ਸਰੀ ਵਾਈਟ ਰੌਕ ਤੋਂ ਹਾਲੇ ਤੱਕ ਉਮੀਦ ਕੀਤੀ ਜਾ ਰਹੀ ਹੈ ਕਿ ਇੱਥੇ ਕੁਝ ਇੱਕ ਬੰਦਿਆਂ ਨੂੰ ਲੱਭਿਆ ਜਾ ਰਿਹਾ ਹੈ, ਪਰ ਇੱਥੇ ਲਿਬਰਲ ਪਾਰਟੀ ਵੱਲੋਂ ਉਮੀਦ ਹੈ ਕਿ ਟ੍ਰੇਵਲ ਹਾਲਫੋਰਡ ਲਿਬਰਲ ਵੱਲੋਂ, ਜਦੋਂ ਕਿ NDP ਇੱਥੋਂ ਆਪਣਾ ਉਮੀਦਵਾਰ ਲੱਭਦੀ ਫਿਰ ਰਹੀ ਹੈ। ਸਰੀ ਗ੍ਰੀਨ ਟਿੰਬਰਸ ਤੋਂ ਪਿਛਲੀ ਵਾਰ ਪਹਿਲੀ ਵਾਰੀ ਚੋਣ ਲੜੀ ਸੀ ਪੰਜਾਬੀ ਮੂਲ ਦੀ ਰਚਨਾ ਸਿੰਘ ਨੇ ਤੇ ਉਹਨਾਂ ਦੇ ਮੁਕਾਬਲੇ ਵੀ ਲਿਬਰਲ ਪਾਰਟੀ ਨੇ ਇਸ ਵਕਤ ਦਿਲਰਾਜ ਸਿੰਘ ਅਟਵਾਲ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ। ਇਹ ਸੀ ਸਰੀ ਦਾ ਚੋਣ ਮੈਦਾਨ ਜਿਹੜਾ ਇਸ ਵਕਤ ਪੂਰਾ ਭਖ ਚੁੱਕਿਆ ਤੇ 24 ਅਕਤੂਬਰ ਨੂੰ ਚੋਣ ਹੋਣੀ ਹੈ ਤੇ 2 ਨਵੰਬਰ ਤੱਕ ਨਾਮਜ਼ਦਗੀਆਂ ਨੇ। ਹੁਣ ਇੱਕ ਹੋਰ ਅਜੀਬ ਜੀ ਘਟਨਾ ਵਾਪਰੀ ਹੈ ਸਰੀ ਦੇ ਵਿੱਚ। ਤੁਹਾਨੂੰ ਪਤਾ ਹੈ ਕਿ BC ਦੇ ਵਿੱਚ, BC ਟ੍ਰਾਂਜਿਟ ਦੇ ਵਿੱਚ ਕੁਝ ਸਮਾਂ ਪਹਿਲਾਂ ਮਾਸਕ ਪਹਿਨਣੇ ਲਾਜ਼ਮੀ ਕਰਾਰ ਦਿੱਤੇ ਹੋਏ ਹੈ। ਹੁਣ ਬੀਤੇ ਸ਼ਨੀਚਰਵਾਰ ਨੂੰ ਸਰੀ ਦੀ ਬੱਸ ਦੇ ਵਿੱਚ ਜਾ ਰਹੇ 2 ਨੌਜਵਾਨਾਂ ਦਾ ਮਾਸਕ ਪਹਿਨਣ ਨੂੰ ਲੈ ਕੇ ਝਗੜਾ ਹੋ ਗਿਆ ਤਾਂ ਥੱਪੜੋ ਥੱਪੜੀ ਹੋ ਗਏ ਅਤੇ ਇੱਕ ਵੀਡੀਓ, ਕਿਉਂਕਿ ਹਰ ਇੱਕ ਵਿਅਕਤੀ ਦੇ ਹੱਥ ਵਿੱਚ ਮੋਬਾਈਲ ਫੋਨ ਹੁੰਦਾ, ਉਹਨਾਂ ਦੀ ਵੀਡੀਓ ਬਣੀ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ, ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਨੌਜਵਾਨ ਦੂਸਰੇ ਨੌਜਵਾਨ ਦੇ ਨਾਲ ਥੱਪੜੋ ਥੱਪੜੀ ਹੋ ਰਿਹਾ ਹੈ ਅਤੇ ਇਹ ਵੀਡੀਓ ਇੱਕ ਸਰੀ ਦੇ ਬੱਸ ਦੇ ਵਿੱਚ ਬਣੀ
ट्रांसलिंक की बस दे विच बनी, जिथे एक नौजवान जिसने मास्क नहीं पहनिया होया बस दे विच सवार है। एक होर नौजवान उसने सिर्फ ये आख्या कि भाई तू मास्क पा, मास्क पहनना बस दे विच लाजमी है। बस ये कहण ते दोवां दे विच तकरार हो गया, बहसबाजी हो गई। गल इत्थों तक भख गई कि थप्पड़ो थप्पड़ी मुक्को मुक्की होण लग पए। उन्हां विचों एक नौजवान ने जिन्हें मास्क नहीं सी पाया होया ते एक ने मास्क पाया होया सी। मास्क पाए वाले ने आख्या कि तू मास्क पा, ते अपने बैग दे विचों वो मास्क कढ के उस व्यक्ति नूं देण भी लग्या कि आ चक मेरे कोल मास्क है, ते मास्क जरूर पा लै। हुण मास्क देण वाला नौजवान ही जख्मी हो गया ते सरी दे हस्पताल दे विच उसदा इलाज चल रहा है। इस नौजवान की अख के उत्ते, मूँह के उत्ते काफ़ी सट्टां लगियां ने ते ट्रांजिट पुलिस ने दस्सिया कि एक घटना 96 एवन्यू और स्कॉट रोड के नेड़े बीते शनिचरवार नूं वापरी। ਜਿਹੜੀਆਂ ਬੱਸ ਵਿੱਚ ਸਵਾਰੀਆਂ ਸੀ ਉਹ ਕਹਿੰਦੀਆਂ ਸਾਨੂੰ ਤੇ ਪਤਾ ਹੀ ਨਹੀਂ ਲੱਗਿਆ। ਸਾਨੂੰ ਤੇ ਉਸ ਵਕਤ ਦੇਖਿਆ ਅਸੀਂ ਜਦੋਂ ਇੱਕ ਨੌਜਵਾਨ ਦੂਸਰੇ ਨੌਜਵਾਨ ਨੂੰ ਆਖ ਰਿਹਾ ਕਿ ਆ ਆਪਣੇ ਬੈਗ ਦੇ ਵਿੱਚੋਂ ਮਾਸਕ ਕੱਢ ਕੇ ਤੂੰ ਮਾਸਕ ਪਾ ਲੈ, ਤੇ ਉਹ ਬੰਦਾ ਇਨਕਾਰ ਕਰ ਰਿਹਾ ਹੈ। ਉਹ ਕਹਿੰਦਾ ਵੀ ਮੈਨੂੰ ਮੈਡੀਕਲ ਸਮੱਸਿਆ ਹੈ, ਮੈਂ ਮੈਡੀਕਲ ਕਾਰਨਾਂ ਕਰਕੇ ਮਾਸਕ ਪਾ ਨਹੀਂ ਸਕਦਾ। ਤੇ ਦੂਸਰਾ ਨੌਜਵਾਨ ਜਿਹੜਾ ਕਹਿੰਦਾ ਸੀ ਕਿ ਤੈਨੂੰ ਮਾਸਕ ਪਾਉਣਾ ਪਏਗਾ, ਇਸੇ ਚੀਜ਼ ਨੂੰ ਲੈ ਕੇ ਹਿੰਸਕ ਹੋ ਗਿਆ, ਤਕਰਾਰ ਹੋ ਗਿਆ, ਮਾਰ ਕੁਟਾਈ ਤੱਕ ਗੱਲ ਆ ਗਈ। ਤੇ ਮਾਸਕ ਦੇਣ ਵਾਲੇ ਨੌਜਵਾਨ ਨੇ ਵੀ दूसरे बैठे नौजवान दे थप्पड़ मार दिता। तो बस इसे गल तो बाद लोगों ने फिर चीकां ही सुनिया, पर शक्की नौजवान बाद दे विच कहंदे भज निकलिया। बस दे विच बैठना, बस दे विच चढ़ना, मास्क पाउणा लाजमी करार है, पर एक अपील है कि तुसीं जेकर बस विच सवारी करदे हो, किसी ने मास्क पाया किसी ने मास्क नहीं पाया, तुसीं जे पुछ लिया तो चंगी गल है, पर हिंसक होण दी जरूरत नहीं। पर तुसीं अपनी इखलाकी जिम्मेवारी समझो कि जेकर तुहानू मास्क पहनण तो कोई समस्या तां किसी डॉक्टर का नोट जेब दे विच रखो ताकि तुहाडे नाल कोई इस तरह की अणसुखावी घटना ना वापरे। हुण गल करदे हां किसान विरोधी पहलां बिल सी, फिर आर्डीनैंस सी, फिर बिल बन गया, तो हुण राष्ट्रपति साहब ने मोहर ला दी है तो कानून बन गए। हाले भी पिंडों पिंडी धरने चल रहे हैं, तो आने वाले दिनों के विच उम्मीद है कि आर पार की जंग किसान लड़नगे। पर मैं पहलां भी एक दिन जिक्र कर रहा सी कि पिंडां दे विच विरोध होण लग्या। हुण मोदी सरकार का विरोध पिंडां दे लोग करन किवें लगे ने। किरती किसान यूनीयन दे वल्लों पिंड दीप सिंह वाला दे विच पहलां तां जोरदार मुजाहरा किया गया, फिर मोदी सरकार दे विच जिन्ने इस वक्त मंत्री ने, ਇਹਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਭਾਵੇਂ ਕੋਈ ਛੋਟਾ ਪਿੰਡ ਪੱਧਰ ਦਾ, ਸ਼ਹਿਰ ਪੱਧਰ ਦਾ, ਸਟੇਟ ਪੱਧਰ ਦਾ ਜਾਂ ਸੈਂਟਰ ਪੱਧਰ ਦਾ ਆਗੂ ਹੈ, ਇਸ ਪਿੰਡ ਦੇ ਲੋਕਾਂ ਨੇ ਆਪਣੇ ਪਿੰਡ ਦੇ ਵਿੱਚ ਆਉਣ ਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਇਹ ਇਕੱਲਾ ਦੀਪ ਸਿੰਘ ਵਾਲਾ ਦੀ ਖਬਰ ਨਹੀਂ, ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ ਕਿਸਾਨ ਕਹਿੰਦਾ ਅਸੀਂ ਜਾਗਰੂਕ ਹੋ ਚੁੱਕੇ ਹਾਂ। ਭਾਵੇਂ ਸਰਕਾਰ ਇਹ ਦੱਸ ਰਹੀ ਹੈ ਕਿ ਇਹ ਜਿਹੜੇ ਬਿੱਲ ਨੇ ਇਹ ਕਾਨੂੰਨ ਤੁਹਾਡੇ ਵਿਰੋਧੀ ਨਹੀਂ, ਪਰ ਕਿਸਾਨ ਤਰਕ ਨਾਲ ਇਹ ਵੀ ਦੇ ਰਹੇ ਨੇ जिस चीज़ की असीं मंग ही नहीं कर रहे, जिस चीज़ की सानू जरूरत नहीं, तुसीं साडे नाल धक्का क्यों कर रहे हो। तो दूसरी गल ये कि जे हुण पिंडां दे विच इस कदर सरकार का विरोध वध गया तो भाजपा नूं ते भाजपा की पुरानी भाईवाल पार्टी श्रोमणी अकाली दल नूं सोचना पेगा कि असीं लोकां नूं हुण मूँह किहड़ा दिखाउणा है। कल शहीदी आजम सरदार भगत सिंह दे जद्दी पिंड खटकड़ कलां दे विच कैप्टन अमरिंदर सिंह पहुंचे हुए सी। उन्होंने 50 लाख रुपए का उत्थे ऐलान भी किया कि उस अजायब घर नूं ते पार्क की रख रखा दे वास्ते, ते नाल उन्होंने हामी भरी है कि असीं सरदार भगत सिंह के सुपनिਆਂ का भारत सिरजना चाहुंदे हां। पर कहण दीयां गल्लां होर ने, असल दे विच प्रैक्टिकल गल्लां होर ने। हुण पहली वारी मुख मंत्री कैप्टन अमरिंदर सिंह मुख मंत्री अहुदे ते विराजमान नहीं, एक वारी पहलां भी खेड चुक्या ते दूसरी लगभग पौनी लंघ चुकी है। ਭਾਰਤ ਜਾਂ ਪੰਜਾਬ की सचमुच भगत सिंह के सुपनिਆਂ ਦਾ ਸਿਰਜਣ ਦੇ ਵਿੱਚ ਕੋਈ ਕਸਰ ਛੱਡੀ ਆ ਉਹਨਾਂ ਨੇ ਜਾਂ ਕੰਮ ਕੀਤਾ ਨਹੀਂ, ਤੁਸੀਂ ਭਲੀ ਭਾਂਤ ਜਾਣਦੇ ਹੋ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਤੁਹਾਨੂੰ ਚੰਗੀਆਂ ਲੱਗੀਆਂ ਨੇ ਲਾਈਕ ਵੀ ਕਰ ਦਿਓ ਤੇ ਸ਼ੇਅਰ ਵਾਲਾ ਬਟਨ ਵੀ ਨੱਪ ਦਿਓ ਤੇ ਨਾਲ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੁਹਾਡਾ ਦਿਲੋਂ ਧੰਨਵਾਦੀ ਹੋਵਾਂਗਾ। ਤੇ ਹੁਣ ਜਾਣ ਤੋਂ ਪਹਿਲਾਂ ਕਹਿਣਾ ਚਾਹੁੰਦਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ੍ਰੀ ਅਕਾਲ ਤੇ ਰੱਬ ਰਾਖਾ।